ਗੁਰੂ ਜੀ ਗੁਰੂ ਸ਼੍ਰੀ ਨਾਨਕ ਪਾਦ ਪੰਕਜ ਬੰਦਨ ਪੰਕਜ ਬੰਦਨ ਸਿਮਰਾਂ ਅੰਗਦ ਦੁਖ ਨਿਕੰਦਨ ਵਿਗਨਾਨ ਕੇ ਨਾਸਕ ਸ੍ਰੀ ਹਰਿ ਗੋਬਿੰਦ ਸ਼ੁਭ ਸੁਮਤ ਅਰਦਾਸਕ ਸ੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਕ੍ਰਿਸ਼ਨ ਬਨਾਇਓ ਬੋਰੀ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵੇਸਾਲਾ ਪੁਨ ਪੁਨ ਸੇਸਾ ਵਾਰ ਜਗਦੀਸ਼ਾ ਮੂਰਤ ਗਿਆਨ ਹੈ ਮਾਣਿਕ ਭਗਤ ਬੈਰਾਗ ਸ੍ਰੀ ਗ੍ਰੰਥ ਸਾਹਿਬ
ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਮੇਰਾ ਸੁਨ ਸੋਇ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਨਾ ਸੁਨ ਸੋਇ। ਤਹਾਂ ਜਗਣ ਕੀ ਮਨਸਾ ਧਾਰੀ। ਸਹਿ ਨ ਸਕਤ ਰਹਿਓ ਭਗਤ ਜੋ ਭਾਰੀ। ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰਵਣ ਕੀਤਾ ਆਪ ਜੀ ਨੇ ਕੱਲ ਚੱਲ ਰਹੀ ਇਸ ਲੜੀਵਾਰ ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੀ ਕਥਾ ਦੁਆਰਾ ਕਿ ਰਾਜਾ ਸ਼ਿਵਨਾਗ ਬੜੇ ਵੈਰਾਗ ਵਿੱਚ ਹੈ ਔਰ ਬੜਾ ਪ੍ਰੇਮੀ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਹੋਇਆ। ਹੁਣ ਦਿਨ ਰਾਤ ਗੁਰੂ ਨਾਨਕ ਸਾਹਿਬ ਦੇ ਦਰਸ਼ਨਾਂ ਦੀ ਪਿਆਸ ਰਾਜਾ ਸ਼ਿਵਨਾਗ ਦੇ ਮਨ ਵਿੱਚ ਲੱਗੀ। ਦਿਨ ਰਾਤ ਅਰਜ਼ੋਈਆਂ ਕਰਦਾ ਹੈ, ਇਹ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਕਰੋ ਕਿਰਪਾ, ਤੁਸੀਂ ਕਦੋਂ ਆਵੋਗੇ, ਕਦੋਂ ਮੈਨੂੰ ਆਪਣੇ ਮੁਬਾਰਕ ਦਰਸ਼ਨ ਬਖਸ਼ੋਗੇ, ਕਦੋਂ ਮੈਂ ਤੁਹਾਡੇ ਚਰਨ ਪਰਸਾਂਗਾ। ਪਰਤਕ ਇੰਜ ਅਰਜ਼ੋਈਆਂ ਹੋਈਆਂ, ਪ੍ਰੇਮ ਦੀ ਖਿੱਚ ਪਈ। ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਰਾਏ ਭੋਏ ਦੀ ਤਲਵੰਡੀ ਸੁਭਾਏਮਾਨ ਨੇ। ਅੰਤਰਯਾਮੀ ਗੁਰੂ ਤੱਕ ਪਹੁੰਚ ਗਈ। ਰਾਜਾ ਸ਼ਿਵਨਾਗ ਦੀ ਬੇਨਤੀ, ਸਾਹਿਬ ਜੀ ਹੁਣ ਤਿਆਰੀ ਦੇ ਵਿੱਚ ਨੇ, ਸੰਗਲਾ ਦੀਪ ਚੱਲਣ ਲਈ। ਤਹਾਂ ਚੱਲਣ ਕੀ ਮਨਸਾ ਧਾਰੀ। ਹੁਣ ਗੁਰੂ ਨਾਨਕ ਸਾਹਿਬ ਨੇ ਸੰਗਲਾ ਦੀਪ ਜਾਣ ਦੀ ਮਨਸ਼ਾ ਧਾਰਨ ਕੀਤੀ। ਸਹਿ ਨਾ ਸਕਤ ਰਹਿਓ ਭਗਤ ਜੋ ਭਾਰੀ। ਕਿਉਂਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਆਪਣੇ ਭਗਤ ਨੂੰ, ਆਪਣੇ ਪ੍ਰੇਮੀ ਨੂੰ ਤੇ ਵਿਛੋੜੇ ਦਾ ਦੁੱਖ ਪ੍ਰੇਮੀ ਨੂੰ ਸਤਾਵੇ, ਭਗਤ ਨੂੰ ਸਤਾਵੇ, ਇਹ ਕੁਝ ਗੁਰੂ ਨਾਨਕ ਸਹਿਨ ਨਹੀਂ ਕਰਦੇ। ਪ੍ਰੇਮ ਡੋਰ ਕਰ ਬੱਧੇ ਗੁਸਾਈ। ਹੁਣ ਪ੍ਰੇਮ ਦੀ ਡੋਰੀ ਨਾਲ ਬੰਨ ਲਿਆ ਸ੍ਰਿਸ਼ਟੀ ਦੇ ਮਾਲਕ ਗੁਰੂ ਨਾਨਕ ਸਾਹਿਬ ਰਾਜਾ ਸ਼ਿਵਨਾਗ ਦੀ ਪ੍ਰੇਮ ਦੀ ਡੋਰੀ ਵਿੱਚ ਬੱਧੇ ਹਨ। ਐਂਚ ਮਿਲਨ ਚਹਿਤ ਦ੍ਰਿਪਤਾਈ। ਔਰ ਐਸੀ ਖਿੱਚ ਪਈ ਉਸ ਸੱਚੇ ਪ੍ਰੇਮ ਦੀ ਕਿ ਸਤਿਗੁਰੂ ਚਾਹੁੰਦੇ ਨੇ ਉਹਨੂੰ ਜਲਦੀ ਮਿਲਣਾ। ਵੈਸੇ ਏਕ ਦਿਵਸ ਉਦਿਆਨਾ। ਇੱਕ ਦਿਨ ਗੁਰੂ ਨਾਨਕ ਸਾਹਿਬ ਤਲਵੰਡੀ ਤੋਂ ਬਾਹਰ ਉਜਾੜ ਵਿੱਚ ਬੈਠੇ ਹਨ। ਮੈਂ ਤਹ ਜਿਉ ਸੰਗ ਮਰਦਾਨਾ। ਭਾਈ ਬਾਲਾ ਜੀ ਕਹਿੰਦੇ ਗੁਰੂ ਅੰਗਦ ਦੇਵ ਸਾਹਿਬ ਜੀ ਸੁਣੋ, ਮੈਂ ਭਾਈ ਮਰਦਾਨਾ ਜੀ ਦੇ ਸਹਿਤ ਇੱਕ ਦਿਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਜਦੋਂ ਅਸੀਂ ਦੋਵੇਂ ਜਣੇ ਪਹੁੰਚੇ। ਘਰ ਬੰਧਨ ਕੀ ਮੈਂ ਸਿਸ ਸਮੀਪ
ਦੀਪਾ। ਅਸਾਂ ਸਤਿਗੁਰੂ ਨੂੰ ਜਾ ਕੇ ਸਭ ਤੋਂ ਪਹਿਲਾਂ ਵੰਦਨਾ ਕੀਤੀ, ਮੱਥਾ ਟੇਕਿਆ ਤੇ ਗੁਰੂ ਜੀ ਦੀ ਆਗਿਆ ਪਾ ਕੇ ਅਸੀਂ ਗੁਰੂ ਨਾਨਕ ਸਾਹਿਬ ਦੇ ਨਿਕਟ ਬੈਠ ਗਏ। ਤਬ ਬੋਲੇ ਬੇਦੀ ਕੁਲ ਦੀਪਾ। ਉਸ ਵਕਤ ਬੇਦੀਆਂ ਦੀ ਕੁੱਲ ਦੇ ਦੀਪਕ, ਸਾਰੇ ਜਗਤ ਦਾ ਹੀ ਦੀਪਕ ਹੈ ਗੁਰੂ ਨਾਨਕ ਸਾਹਿਬ। ਕੇਵਲ ਇੱਕ ਕੁੱਲ ਦੇ ਨਹੀਂ, ਕੁੱਲ ਖਲਕਤ ਦੇ ਦੀਪਕ ਨੇ, ਔਰ ਕੁੱਲ ਖਲਕਤ ਵਿੱਚ ਗੁਰੂ ਨਾਨਕ ਦਾ ਹੀ ਪ੍ਰਕਾਸ਼ ਹੈ। ਗੁਰੂ ਨਾਨਕ ਸਾਹਿਬ ਇੰਜ ਬੋਲੇ ਹਨ, ਚਲੋ ਸਹਿਲਤ ਦੇਖਣ ਸੋਨੀ। ਸਾਹਿਬ ਕਹਿੰਦੇ ਬਾਲੇ ਮਰਦਾਨੇ, ਐਡੀ ਵੱਡੀ ਦੁਨੀਆ ਹੈ ਨਿਰੰਕਾਰ ਦੀ, ਚਲੋ ਪਰਮਾਤਮਾ ਦੀ ਬਣਾਈ ਜਿਹੜੀ ਰਚਨਾ ਹੈ ਛੋਨੀ ਹੈ। ਛੋਨੀ ਕਹਿੰਦੇ ਨੇ ਧਰਤੀ ਨੂੰ, ਪ੍ਰਿਥਵੀ ਨੂੰ। ਚਲੋ ਆਪਾਂ ਸੈਰ ਕਰਨ ਚੱਲੀਏ ਤੇ ਵਾਹਿਗੁਰੂ ਜੀ ਦੀ ਰਚਨਾ ਦਾ, ਕਾਦਰ ਦੀ ਜਿਹੜੀ ਇਹ ਰਚਨਾ ਹੈ, ਇਹਦਾ ਆਨੰਦ ਮਾਣੀਏ। ਰਚਨਾ ਕੀਨ ਅਨਕ ਜਗ ਜੋਨੀ। ਕਿਉਂਕਿ ਜਗਤ ਦੇ ਮਾਲਕ ਵਾਹਿਗੁਰੂ ਪਰਮੇਸ਼ਰ ਨੇ ਇੱਕ ਨਹੀਂ ਅਨੇਕਾਂ ਪ੍ਰਕਾਰ ਦੀ ਇਹ ਸ੍ਰਿਸ਼ਟੀ ਬਣਾਈ ਹੈ, ਰਚਨਾ ਰਚੀ ਹੈ। ਕਿਤੇ ਥਾਨ ਨਰ ਅੰਤ ਅਜੋ ਸੁਭਾਉ। ਕਿਤਨੇ ਹੀ ਸ੍ਰਿਸ਼ਟੀ ਦੇ ਵਿੱਚ ਜਿਹੜੇ ਜੀਵ ਨੇ, ਭਾਈ ਬਾਲਾ, ਭਾਈ ਮਰਦਾਨਾ, ਸਭ ਦਾ ਸੁਭਾਅ ਇੱਕ ਨਹੀਂ, ਸਭ ਦੇ ਸੁਭਾਅ ਵੱਖੋ ਵੱਖਰੇ ਬੇਅੰਤ ਹਨ। ਰਾਖਸ਼ ਰਹਿਣ ਥਾਨ ਹੈ ਕਾਉ। ਇਸੇ ਪ੍ਰਭੂ ਦੀ ਰਚਨਾ ਵਿੱਚ ਦੈਂਤ ਵੀ ਰਹਿੰਦੇ ਨੇ। ਕਿਤਨੇ ਹੀ ਅਸਥਾਨ ਨੇ ਜਿੱਥੇ ਦੈਂਤਾਂ ਦਾ ਵਾਸਾ ਹੈ, ਰਾਖਸ਼ ਲੋਕ ਰਹਿੰਦੇ ਹਨ। ਨਿਰਗਾਵ ਜਗ ਧਰਮੀ ਕਿਤੇ ਅਕੀ ਵਸੰਤੇ। ਕਿਤੇ ਧਰਮੀ ਤੇ ਕਿਤੇ ਅਧਰਮੀ, ਕਿਤੇ ਪਾਪੀ ਤੇ ਕਿਤੇ ਪੁੰਨੀ। ਇਹ ਰਚਨਾ ਹੈ ਪਰਮਾਤਮਾ ਦੀ। ਸਾਰੀ ਸ੍ਰਿਸ਼ਟੀ ਵਿੱਚ ਧਰਮੀਆਂ ਦਾ ਵਾਸਾ ਨਹੀਂ। ਜਿੱਥੇ ਧਰਮੀ ਨੇ ਉੱਥੇ ਅਧਰਮੀ ਵੀ ਨੇ, ਤੇ ਜਿੱਥੇ ਪੁੰਨੀ ਨੇ ਉੱਥੇ ਪਾਪੀ ਵੀ ਨੇ। ਇਹ ਮਰਦਾਨੇ ਬਾਲੇ, ਇਹ ਰਚਨਾ ਹੈ ਪਰਮਾਤਮਾ ਦੀ। ਜਿੱਥੇ ਦੇਵਤੇ ਨੇ ਉੱਥੇ ਦੈਂਤ ਵੀ ਹਨ। ਕਹੂੰ ਦੁਖੀ ਕਹੇ ਸੁਖੀ ਰਹੰਤੇ। ਕਿਤੇ ਦੁਖੀ ਤੇ ਕਿਤੇ ਸੁਖੀ ਰਹਿੰਦੇ ਨੇ ਜੀਵ। ਸਾਰੀਆਂ ਥਾਵਾਂ ਦੇ ਜੀਵ ਸੁਖੀ ਨਹੀਂ। ਪ੍ਰਭੂ ਦੀ ਇਸ ਸ੍ਰਿਸ਼ਟੀ ਵਿੱਚ, ਮਾਲਕ ਦੀ ਰਚਨਾ ਵਿੱਚ ਕਿਤੇ ਕੋਈ ਦੁਖੀ ਹੈ, ਕਿਤੇ ਕੋਈ ਸੁਖੀ ਹੈ, ਕਿਤੇ ਕੋਈ ਅਮੀਰ ਹੈ, ਕਿਤੇ ਕੋਈ ਗਰੀਬ ਹੈ। ਨਿਗਮਾ ਗਮ ਕਿਤ ਕਥਤ ਪੁਰਾਨਾ। ਕਿਤੇ ਵੇਦਾਂ ਨੂੰ ਕਥਨ ਕਰਨ ਵਾਲੇ ਨੇ, ਕਿਤੇ ਪੁਰਾਣਾ ਨੂੰ ਪੜਨ ਵਾਲੇ ਨੇ, ਕਿਤੇ ਵੇਦ ਸ਼ਾਸਤਰ ਕਥਨ ਕਰਨ ਵਾਲੇ ਹਨ। ਕਹੂੰ ਤੁਰਕ ਹੈ ਪੰਡਤ ਪੁਰਾਨਾ। ਤੇ ਕਿਤੇ ਮੁਸਲਮਾਨ ਨੇ, ਤੁਰਕ ਨੇ, ਕਿਤੇ ਹਿੰਦੂ ਨੇ, ਕਿਤੇ ਮੁਸਲਮਾਨ ਨੇ, ਕਿਤੇ ਜੈਨੀ ਨੇ, ਕਿਤੇ ਬੋਧੀ ਨੇ। ਤੇ ਜਿਹੜੇ ਤੁਰਕ ਨੇ ਉਹ ਪੁਰਾਣੇ ਪਾਕ ਪੜ੍ਹਦੇ ਹਨ। ਜਿਹੜੇ ਹਿੰਦੂ ਨੇ ਉਹ ਵੇਦ ਸ਼ਾਸਤਰ ਪੁਰਾਣਾ ਨੂੰ ਪੜ੍ਹਦੇ ਹਨ। ਜਿਵੇਂ ਜਿਵੇਂ ਕਿਸੇ ਦਾ ਮਜ਼ਹਬ ਹੈ, ਧਰਮ ਹੈ, ਦੀਨ ਹੈ, ਉਹਦੇ ਮੁਤਾਬਿਕ ਚੱਲਦੇ ਹਨ ਸਭ।
ਦੇਸ ਵਿਦੇਸਨ ਕੀ ਬਹੁ ਭਾਖਾ। ਇੱਕ ਨਹੀਂ, ਤਮਾਮ ਦੇਸ਼ਾਂ ਵਿਦੇਸ਼ਾਂ ਦੀਆਂ ਅਲੱਗ-ਅਲੱਗ ਭਾਖਾਵਾਂ ਹਨ, ਬੋਲੀਆਂ ਨੇ, ਭਾਸ਼ਾ ਇੱਕ ਨਹੀਂ, ਭਾਸ਼ਾਵਾਂ ਵੀ ਅਣਗਿਣਤ ਨੇ। ਵਾਹਿਗੁਰੂ ਜੀ ਦੀ ਇਸ ਰਚਨਾ ਵਿੱਚ ਭਾਖਿਆ ਭਾਉ ਅਪਾਰ। ਚਲੋ ਵਿਲੋਕਨ ਕੀ ਅਵਲਾਖਾ। ਚਲੋ ਮਰਦਾਨੇ ਵਾਲੇ, ਜੇ ਤੁਹਾਡੇ ਮਨ ਦੀ ਅਭਿਲਾਖਾ ਹੈ ਕਿ ਆਪਾਂ ਤੁਰ ਫਿਰ ਕੇ ਪਰਮੇਸ਼ਰ ਦੀ ਰਚਨਾ ਵੇਖੀਏ, ਕਿਤੇ ਕੀ ਹੈ ਕਿਤੇ ਕੀ ਹੈ, ਤਾਂ ਫਿਰ ਤੁਸੀਂ ਸਾਡੇ ਨਾਲ ਚੱਲੋ, ਤਿਆਰੀ ਵੀ ਕਰੋ ਹੁਣ। ਸੁਨ ਕਰ ਵਚਨ ਕਹਿਤ ਮਰਦਾਨਾ। ਗੁਰੂ ਨਾਨਕ ਸਾਹਿਬ ਦੇ ਇਹ ਬੋਲ ਸੁਣ ਕੇ ਭਾਈ ਮਰਦਾਨਾ ਜੀ ਇੰਜ ਕਹਿੰਦੇ ਹਨ। ਰਵੋ ਸਮਰੱਥ ਸਗਲ ਗੁਣ ਖਾਨਾ। ਭਾਈ ਮਰਦਾਨਾ ਜੀ ਕਹਿੰਦੇ, ਹੇ ਸਤਿਗੁਰੂ, ਤੁਸੀਂ ਡਾਢੇ ਹੋ, ਸਮਰੱਥ ਹੋ ਤੇ ਗੁਣਾਂ ਦੀ ਖਾਨ ਹੋ। ਹੇ ਗੁਰੂ ਨਾਨਕ ਸਾਹਿਬ, ਮੈਂ ਤੇ ਸਦਾ ਹੀ ਤੁਹਾਡੇ ਹੁਕਮ ਦਾ ਪਾਬੰਦ ਹਾਂ ਤੇ ਤੁਹਾਡੇ ਚਰਨਾਂ ਵਿੱਚ ਹੀ ਰਹਿੰਦਾ ਹਾਂ। ਜੈਸਾ ਤੁਮ ਚਲੋ ਅਗਾਰੀ। ਜਿੱਥੇ ਤੁਹਾਡੀ ਇੱਛਾ ਮਹਾਰਾਜ, ਚਲੋ ਤੁਸੀਂ ਅੱਗੇ ਅੱਗੇ, ਤੇ ਅਸੀਂ ਤੁਹਾਡੇ ਸੇਵਕ ਹਾਂ, ਮੁਰੀਦ ਹਾਂ, ਤੇ ਮੁਰਸ਼ਦ ਦੇ ਪਿੱਛੇ ਪਿੱਛੇ ਮੁਰੀਦ ਟੁਰਦੇ ਹਨ। ਔਰਾ ਵਰਗੀ ਸਦਾ ਪਿਸਾਰੀ। ਮੈਂ ਤੇ ਸਦਾ ਹੀ ਤੁਹਾਡੇ ਪਿੱਛੇ ਚੱਲਣ ਵਾਲਾ ਹਾਂ। ਤੁਸੀਂ ਅੱਗੇ ਚੱਲੋ ਸਤਿਗੁਰੂ, ਅਸੀਂ ਤੁਹਾਡੇ ਮਗਰ ਮਗਰ ਤੁਰਾਂਗੇ। ਤੁਮ ਸਮ ਪ੍ਰਭ ਕੀ ਸਰਣ ਹੈ ਸੂਰੀ। ਤੁਹਾਡੇ ਜੈਸੇ ਕਾਮਲ ਸਤਿਗੁਰੂ ਪਰਮੇਸ਼ਰ ਦੀ ਸ਼ਰਨ ਛੱਡ ਕੇ, ਤਿਆਗ ਕੇ, ਆਪੋ ਗਹੋ ਆਨੰਦ ਬਹੂਰੀ। ਇਹ ਦੱਸੋ ਮੈਂ ਕਿਹਦਾ ਆਸਰਾ ਤੱਕਾਂ ਹੋ, ਮੈਂ ਕਿਹਦਾ ਪੱਲਾ ਪਕੜਾਂ? ਤੁਹਾਡਾ ਪੱਲਾ ਛੱਡ ਕੇ, ਤੁਹਾਡੀ ਸ਼ਰਨ ਛੱਡ ਕੇ ਮੈਂ ਮੁੜ ਕਿਹਦੀ ਸ਼ਰਨ ਵਿੱਚ ਜਾਵਾਂ? ਸਤਿਗੁਰੂ ਹੈ ਹੀ ਨਹੀਂ ਕੋਈ ਤੁਹਾਡੇ ਇਹ ਜੈਸਾ। ਸੁਨੋ ਗੁਰੂ ਅੰਗਦ ਗਤ ਦਾਨੀ। ਭਾਈ ਬਾਲਾ ਜੀ ਕਹਿੰਦੇ, ਸੁਣੋ ਗੁਰੂ ਅੰਗਦ ਦੇਵ ਸਾਹਿਬ, ਇਹ ਮੁਕਤੀ ਦੇ ਦਾਤੇ, ਮੁਕਤੀ ਦੇ ਦਾਨੀ ਸਤਿਗੁਰੂ, ਅੱਗੋਂ ਸੁਣੋ ਜੀ। ਬੰਦ ਪਾਨ ਪੁਨ ਮੈਂ ਜਹਵਾਨੀ। ਬਾਲਾ ਜੀ ਕਹਿੰਦੇ, ਗੁਰੂ ਅੰਗਦ ਸਾਹਿਬ, ਫਿਰ ਮੈਂ ਦੋਵੇਂ ਹੱਥ ਜੋੜੇ ਤੇ ਦੋਵੇਂ ਹੱਥ ਜੋੜ ਕੇ ਮੈਂ ਵੀ ਗੁਰੂ ਨਾਨਕ ਸਾਹਿਬ ਨੂੰ ਬੇਨਤੀ ਕੀਤੀ। ਦੀਨ ਦਿਆਲ ਰਾਖ ਨਿਜ ਸਾਥਾ। ਮੈਂ ਕਿਹਾ, ਹੈ ਦਇਆ ਦੇ ਘਰ, ਇਹ ਦੀਨਾਂ ਦੇ ਦਿਆਲ ਸਤਿਗੁਰੂ ਗੁਰੂ ਨਾਨਕ ਸਾਹਿਬ, ਮੈਨੂੰ ਵੀ ਤੁਸੀਂ ਆਪਣੇ ਸਾਥ, ਆਪਣੇ ਨਾਲ, ਆਪਣੀ ਸ਼ਰਨ ਵਿੱਚ, ਆਪਣੇ ਚਰਨਾਂ ਵਿੱਚ, ਆਪਣੀ ਸੰਗਤ ਵਿੱਚ ਰੱਖੋ ਜੀ। ਤੁਮ ਸਮ ਦੇਖੋ ਔਰ ਨਾ ਨਾਥਾ। ਮਹਾਰਾਜ, ਤੁਹਾਡੇ ਵਰਗਾ ਖਸਮ, ਤੁਹਾਡੇ ਵਰਗਾ ਸੁਆਮੀ, ਤੁਹਾਡੇ ਜੈਸਾ ਨਾਥ ਮੈਂ ਹੋਰ ਨਹੀਂ ਕੋਈ ਵੇਖਦਾ। ਤੇਰੇ ਵਰਗਾ ਇਹ ਗੁਰੂ ਨਾਨਕ ਸਾਹਿਬ ਕੋਈ ਦੂਸਰਾ ਨਹੀਂ। ਸੁਣ ਕੇ ਵਚਨ ਪ੍ਰਸੀਦ ਵਿਸਾਲਾ। ਇਹ ਸੁਣ ਕੇ ਗੁਰੂ ਨਾਨਕ ਸਾਹਿਬ ਭਾਈ ਬਾਲਾ ਜੀ ਦੇ ਬੋਲ ਬਹੁਤ ਕਿਰਪਾ ਕੀਤੀ, ਬੜੇ ਪ੍ਰਸੰਨ ਹੋਏ ਹਨ। ਭਈ ਪਰਦੋਖ ਉੱਠੇ ਤੇ ਕਾਲਾ। ਉਸ ਵਕਤ ਬਾਲਾ ਜੀ ਕਹਿੰਦੇ, ਮਹਾਰਾਜ
ਗੁਰੂ ਅੰਗਦ ਸਾਹਿਬ ਵਿਚਾਰਾਂ ਕਰਦਿਆਂ ਨੂੰ, ਬਾਤਾਂ ਕਰਦਿਆਂ ਨੂੰ ਲੌਂਡਾ ਵੇੜਾ ਹੋ ਗਿਆ। ਸੰਧਿਆ ਹੋ ਗਈ ਜਦੋਂ, ਤਾਂ ਗੁਰੂ ਨਾਨਕ ਸਾਹਿਬ ਉੱਠੇ ਉਜਾੜ ਵਿੱਚੋਂ, ਆਏ ਨਗਰ ਵਿਖੇ ਨਿਜ ਸਦਨਾ। ਫਿਰ ਸਾਹਿਬ ਨਗਰ ਦੇ ਵਿੱਚ ਆਪਣੇ ਘਰੇ ਚਲੇ ਗਏ। ਹਰ ਫੁੱਲ ਦਰ ਬਿੰਦ ਸੁਵਦਨਾ। ਸਾਹਿਬ ਜੀ ਦਾ ਮੁਖੜਾ ਖਿੜਿਆ ਹੋਇਆ ਕਮਲ ਦੇ ਫੁੱਲ ਵਾਂਗ। ਸਵਈਆ ਬੈਨ ਗਏ ਨਿਜ ਧਾਮ ਵਿਖੇ। ਕਹਿੰਦੇ ਸਤਿਗੁਰੂ ਰਾਤ ਨੂੰ ਆਪਣੇ ਘਰੇ ਚਲੇ ਗਏ। ਅਬ ਨਾਨਕ ਜੀ ਚਲੇ ਕਿਤ ਤਿਆਰਾ। ਤੇ ਅਸੀਂ ਆਪਣੇ ਘਰੇ ਚਲੇ ਗਏ। ਤੇ ਗੁਰੂ ਅੰਗਦ ਸਾਹਿਬ ਜਦੋਂ ਮੈਂ ਆਪਣੇ ਘਰੇ ਗਿਆ, ਬਾਲਾ ਜੀ ਕਹਿੰਦੇ, ਤਾਂ ਮੈਂ ਆਪਣੇ ਪਰਿਵਾਰ ਵਿੱਚ ਮਾਪਿਆਂ ਦੇ ਨਾਲ ਵਿਚਾਰ ਕੀਤੀ ਵੀ ਪਿਤਾ ਜੀ, ਮਾਤਾ ਜੀ, ਹੁਣ ਗੁਰੂ ਨਾਨਕ ਸਾਹਿਬ ਕਿਤੇ ਜਾਣਾ ਚਾਹੁੰਦੇ ਹਨ, ਲੰਬੀ ਯਾਤਰਾ ਤੇ ਸੰਗ ਚੱਲੈ ਤਿਨ ਕੇ ਹਮ ਤਾਸਿਨ। ਤੇ ਅਸੀਂ ਵੀ ਚੱਲਾਂਗੇ ਨਾਲ ਗੁਰੂ ਨਾਨਕ ਸਾਹਿਬ ਦੇ। ਜਦੋਂ ਗੁਰੂ ਨਾਨਕ ਸਾਹਿਬ ਜਾਣਗੇ, ਮੈਂ ਤੇ ਮਰਦਾਨਾ ਵੀ ਗੁਰੂ ਨਾਨਕ ਸਾਹਿਬ ਦੇ ਨਾਲ ਉਦੋਂ ਜਾਵਾਂਗੇ। ਪ੍ਰੀਤ ਵਿਸਾਲ ਦਿਆਲ ਉਦਾਰਾ। ਕਿਉਂਕਿ ਸਾਡੀ ਪ੍ਰੀਤੀ ਦਇਆ ਦੇ ਘਰ ਸ੍ਰੇਸ਼ਟ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਨਾਲ ਸਾਡੀ ਬੜੀ ਪ੍ਰੀਤੀ ਹੈ, ਸਾਡਾ ਬੜਾ ਪ੍ਰੇਮ ਹੈ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਨਾਲ। ਜੋ ਸੁਧ ਵੀ ਜਬ ਸ੍ਰੀ ਗੁਰ ਆਲਿਆ। ਭਾਈ ਬਾਲਾ ਜੀ ਕਹਿੰਦੇ ਗੁਰੂ ਅੰਗਦ ਸਾਹਿਬ, ਇਧਰ ਅਸੀਂ ਆਪਣੇ ਪਰਿਵਾਰਾਂ ਵਿੱਚ ਜਦੋਂ ਇਹ ਵਿਚਾਰਾਂ ਕੀਤੀਆਂ, ਤਾਂ ਦਿਨ ਚੜ੍ਹਦੇ ਨੂੰ ਬਾਤ ਫੈਲ ਗਈ ਨਗਰ ਵਿੱਚ। ਤੇ ਇਹੀ ਗੱਲ, ਇਹੀ ਬਾਤ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਜਦੋਂ ਪਹੁੰਚੀ, ਵੀ ਗੁਰੂ ਨਾਨਕ ਸਾਹਿਬ ਤੇ ਕਿਤੇ ਲੰਬੀ ਯਾਤਰਾ ਤੇ ਹੁਣ ਜਾਵਣਗੇ। ਮਾਤ ਪਿਤਾ ਸੁਧ ਤੇ ਵਿਸਾਰਾ। ਕਹਿੰਦੇ ਫਿਰ ਮਾਤਾ ਪਿਤਾ ਉਹਨਾਂ ਨੇ ਆਪਣੀ ਸੁਧ ਬੁੱਧ ਭੁਲਾ ਦਿੱਤੀ। ਵੀ ਸ਼ੁਕਰ ਸੀ ਕੁਝ ਸਮਾਂ ਹੋਇਆ, ਗੁਰੂ ਨਾਨਕ ਸਾਹਿਬ ਕਿੰਨੇ ਸਮੇਂ ਤੋਂ ਬਾਅਦ ਘਰੇ ਪਰਤੇ ਨੇ, ਤੇ ਹੁਣ ਫੇਰ ਕਿਸੇ ਪਾਸੇ ਨੂੰ ਇਹ ਜਾਣਾ ਚਾਹੁੰਦੇ ਹਨ। ਜੰਤ ਬਦੀ ਉਰੇ ਅੰਤਰ ਭੂਰ। ਤਾਂ ਤੇ ਮਾਤਾ ਪਿਤਾ ਦੇ ਮਨ ਵਿੱਚ, ਹਿਰਦੇ ਵਿੱਚ ਬੜੀ ਚਿੰਤਾ ਵਧੀ। ਨਿਰੰਤਰ ਜੀਨ ਚੱਲੇ ਨਹਿ ਚਾਰਾ। ਕਹਿੰਦੇ ਹੁਣ ਕੋਈ ਚਾਰਾ ਨਹੀਂ ਚੱਲਦਾ, ਪੇਸ਼ ਨਹੀਂ ਚੱਲਦੀ। ਕੌਣ ਕਹੇ ਗੁਰੂ ਨਾਨਕ ਸਾਹਿਬ ਨੂੰ ਕਿ ਮਹਾਰਾਜ ਤੁਸੀਂ ਜਾਓ ਨਾ, ਤੁਸੀਂ ਘਰੇ ਰਹੋ, ਕੋਈ ਚਾਰਾ ਥੋੜੀ ਹੈ। ਗੁਰੂ ਦੇ ਅੱਗੇ ਰਾਏ ਬੁਲਾਰ ਆਵਾਸ ਗਏ ਤਹਿ। ਫਿਰ ਗੁਰੂ ਨਾਨਕ ਸਾਹਿਬ ਦੇ ਮਾਤਾ ਪਿਤਾ ਜੀ, ਚਾਚਾ ਜੀ ਰਾਏ ਬੁਲਾਰ ਦੇ ਘਰੇ ਗਏ ਹਨ। ਜਾਵਤ ਹੀ ਬਹੁ ਰੋਦਨ ਕਿਨੋ। ਕਹਿੰਦੇ ਜਾਂਦਿਆਂ ਸਾਰ ਹੀ ਰਾਏ ਬੁਲਾਰ ਜੀ ਦੇ ਪਾਸ ਗੁਰੂ ਨਾਨਕ ਸਾਹਿਬ ਦੇ ਮਾਤਾ, ਧੰਨ ਮਾਤਾ ਤ੍ਰਿਪਤਾ ਜੀ, ਪਿਤਾ ਬਾਬਾ ਕਲਿਆਣ ਚੰਦ ਜੀ ਤੇ ਚਾਚਾ ਬਾਬਾ ਲਾਲੂ ਜੀ, ਕਹਿੰਦੇ ਅੱਖੀਆਂ ਭਰ ਲੀਆਂ ਸਭ ਨੇ। ਰਾਏ ਜੀ ਦੇ ਘਰੇ ਪਹੁੰਚ ਕੇ ਸ੍ਰੀ ਗੁਰ ਕੀ ਜਨਨੀ ਔਰ ਆਤੁਰ। ਕਹਿੰਦੇ ਗੁਰੂ ਨਾਨਕ ਸਾਹਿਬ ਦੀ ਜਨਨੀ ਮਾਤਾ ਤ੍ਰਿਪਤਾ ਜੀ ਬੜੇ ਦੁਖੀ ਹਨ। ਆਤ ਗਇਓ ਪਿਤ ਭਰਾਤ ਸੁਤਿਨੋ। ਕਹਿੰਦੇ ਨਾਲ ਸਤਿਗੁਰੂ ਦੇ ਪਿਤਾ, ਨਾਲ ਸਤਿਗੁਰੂ ਦੇ ਚਾਚਾ ਜੀ ਵੀ ਗਏ ਰਾਏ
ਬੁਲਾਰ ਜੀ ਦੇ ਘਰੇ ਹੋਏ ਅਧੀਨ ਕਹੇ ਮੁਖ ਸੋ ਵਚ ਬੜੇ ਨਿਮਰਤਾ ਦੇ ਵਿੱਚ, ਬੜੀ ਅਧੀਨਗੀ ਵਿੱਚ ਰਾਏ ਬੁਲਾਰ ਜੀ ਨੂੰ ਬੇਨਤੀ ਕੀਤੀ। ਸਭਨਾ ਨੇ ਨਾਨਕ ਧਾਮ ਰੱਖੋ ਜਿਹ ਚੀਨੋ। ਕਹਿਣ ਲੱਗੇ, ਰਾਏ ਜੀ ਤੁਹਾਡੀ ਬਾਤ ਮੰਨਦਾ ਹੈ ਸਾਡਾ ਪੁੱਤਰ, ਤੇ ਤੁਸੀਂ ਜਿਵੇਂ ਕਿਵੇਂ ਵੀ ਕਰੋ, ਗੁਰੂ ਨਾਨਕ ਸਾਹਿਬ ਨੂੰ ਰੋਕੋ। ਉਹ ਜਾਵਣ ਨਾ, ਉਹਨਾਂ ਨੇ ਤਿਆਰੀ ਕਰ ਲਈ ਹੈ ਚੱਲਣ ਦੀ। ਗੁਰੂ ਨਾਨਕ ਸਾਹਿਬ ਘਰੇ ਰਹਿਣ, ਤਲਵੰਡੀ ਰਹਿਣ, ਐਸਾ ਕੁਝ ਕਰੋ ਰਾਏ ਜੀ। ਹੁਣ ਤੁਸੀਂ ਜਾਓ ਕਹਿ ਸਵਾਸ ਲਿਓ ਜਬ ਹੀ ਸੁਨ। ਕਹਿੰਦੇ ਇੰਜ ਕਹਿ ਕੇ ਜਦੋਂ ਮਾਤਾ ਤ੍ਰਿਪਤਾ ਜੀ ਨੇ ਲੰਮੇ ਸਾਹ ਲਏ, ਹੌਂਕੇ ਲਏ, ਰਾਏ ਤਵੈ ਕਰੁਣਾ ਰਸ ਪੀਨੋ। ਕਹਿੰਦੇ ਰਾਏ ਬੁਲਾਰ ਜੀ ਵੀ ਕਰੁਣਾ ਰਸ ਵਿੱਚ ਭਿੱਜ ਗਏ। ਵੇਖ ਕੇ ਸਾਹਮਣੇ ਗੁਰੂ ਨਾਨਕ ਸਾਹਿਬ ਜੀ ਦੀ ਅਮੜੀ ਮਾਤਾ ਤ੍ਰਿਪਤਾ ਜੀ ਨੂੰ, ਪਿਤਾ ਬਾਬਾ ਕਲਿਆਣ ਚੰਦ ਜੀ ਨੂੰ, ਚਾਚਾ ਬਾਬਾ ਲਾਲੂ ਜੀ ਨੂੰ ਵੀ ਇਹ ਸਭ ਦੇ ਨੇਤਰਾਂ ਵਿੱਚੋਂ ਨੀਰ ਵਹਿ ਰਿਹਾ। ਰਾਏ ਜੀ ਦੀਆਂ ਵੀ ਅੱਖੀਆਂ ਭਰ ਆਈਆਂ ਹਨ। ਜੰਗ ਸੰਗ ਤਵੈ ਰਾਏ ਭੇਜਿਓ ਉਮੀਦਾ ਸੁਦਾਸੂ। ਕਹਿੰਦੇ ਉਸ ਵਕਤ ਰਾਏ ਜੀ ਨੇ ਆਪਣਾ ਇੱਕ ਦਾਸ, ਆਪਣਾ ਸੇਵਕ ਜਿਹਦਾ ਨਾਮ ਹੈ ਉਮੇਦਾ, ਉਮੇਦੇ ਨੂੰ ਹੁਕਮ ਕੀਤਾ, ਜਾ ਉਮੇਦੇ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਪਹੁੰਚ। ਤਪਾ ਤਾਤ ਕਾਲੂ ਕੇ ਜਾਵੋ ਸੋ ਪਾਸੂ। ਜਾਓ ਕਾਲੂ ਜੀ ਦੇ ਪੁੱਤਰ ਨਾਨਕ ਜੀ ਦੇ ਕੋਲ ਜਾਵੋ। ਕਰੋ ਬੰਦਗੀ ਜਾਏ ਅੱਗੇ ਕਨੇਰੀ। ਪਹਿਲਾਂ ਜਾ ਕੇ ਉਮੇਦੇ ਵਾਹ ਅਦਬ ਗੁਰੂ ਨਾਨਕ ਸਾਹਿਬ ਦੇ ਅੱਗੇ ਹੱਥ ਜੋੜ ਕੇ ਖਲੋ ਜੀ। ਤੇ ਫਿਰ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਮੱਥਾ ਟੇਕੀ। ਦਇਆ ਧਾਰ ਦੀਦਾਰ ਦੀਜੇ ਬਦੇਰੀ। ਤੇ ਮੇਰੇ ਵੱਲੋਂ ਬੇਨਤੀ ਕਰੀ ਵੀ ਗੁਰੂ ਨਾਨਕ ਸਾਹਿਬ ਮੈਨੂੰ ਰਾਏ ਬੁਲਾਰ ਨੇ ਘੱਲਿਆ ਹੈ। ਤੇ ਰਾਏ ਬੁਲਾਰ ਬੇਨਤੀ ਕਰਦੇ ਨੇ, ਇਹ ਗੁਰੂ ਨਾਨਕ ਸਾਹਿਬ ਕਿਰਪਾ ਕਰੋ, ਮੈਨੂੰ ਆ ਕੇ ਆਪਣੇ ਦਰਸ਼ਨ ਬਖਸ਼ ਦਿਓ। ਬੇਟਾ ਦਿਓ ਵੇਗ ਵਾਨੀ ਅਲਾਈ। ਕਹਿੰਦੇ ਉਮੇਦਾ ਬੜੀ ਕਾਹਲੀ ਨਾਲ ਤੁਰਿਆ ਜਿੱਥੇ ਗੁਰੂ ਨਾਨਕ ਸਾਹਿਬ ਸੁਭਾਏਵਾਨ ਨੇ। ਤੇ ਗੁਰੂ ਨਾਨਕ ਸਾਹਿਬ ਦੇ ਅੱਗੇ ਹੱਥ ਜੋੜ ਕੇ ਉਮੇਦੇ ਨੇ ਬੇਨਤੀ ਕੀਤੀ। ਤਪਾ ਜੀ ਤੁਮੈ ਬੰਦਗੀ ਰਾਏ ਗਾਈ। ਕਹਿਣ ਲੱਗੇ, ਤਪਾ ਜੀ, ਇਹ ਤਪਾ ਨਾਨਕ ਜੀ ਸਭ ਤੋਂ ਪਹਿਲਾਂ ਰਾਏ ਬੁਲਾਰ ਜੀ ਦੀ ਵੰਦਨਾ ਕਬੂਲ ਕਰੋ। ਰਾਏ ਬੁਲਾਰ ਨੇ ਦੋਵੇਂ ਹੱਥ ਜੋੜ ਕੇ ਤੁਹਾਡੇ ਮੁਬਾਰਕ ਚਰਨਾਂ ਤੇ ਆਪਣਾ ਸੀਸ ਰੱਖਿਆ, ਮੱਥਾ ਟੇਕਿਆ, ਵੰਦਨਾ ਘੱਲੀ ਹੈ। ਇਕ ਮਾਰ ਆਕੇ ਕਹਿ ਤਬ ਦੀਦਾਰ ਦੀਜੈ। ਤੇ ਰਾਏ ਜੀ ਨੇ ਕਿਹਾ, ਗੁਰੂ ਨਾਨਕ ਸਾਹਿਬ ਵੀ ਜੇ ਬਹੁਤਾ ਨਹੀਂ ਤਾਂ ਕੇਵਲ ਇੱਕ ਵਾਰ ਆਓ ਤੇ ਤੁਸੀਂ ਆ ਕੇ ਮੈਨੂੰ ਆਪਣੇ ਦੀਦਾਰੇ ਬਖਸ਼ੋ। ਜਿਤਨ ਫੇਰ ਜਾਨੋ ਪਿਆਨੋ ਕਰੀਜੈ। ਰਾਏ ਜੀ ਨੇ ਕਿਹਾ, ਮਹਾਰਾਜ ਵੀ ਤੁਸੀਂ ਜਿੱਥੇ ਜਾਣਾ ਫੇਰ ਤਲਵੰਡੀ ਤੋਂ ਬਿਆਨਾ ਕਰਨਾ, ਪਹਿਲਾਂ ਮੈਨੂੰ ਆ ਕੇ ਆਪਣੇ ਦਰਸ਼ਨ ਜ਼ਰੂਰ ਬਖਸ਼ ਜਾਵੋ। ਸਵਈਆ ਜੋ ਸੁਨ ਕੇ ਤਵ ਨਾਨਕ ਜੀ ਤਜ। ਕਹਿੰਦੇ ਇੰਜ ਜਦੋਂ ਉਮੇਦੇ ਪਾਸੋਂ ਬੇਨਤੀਆਂ ਸੁਣੀਆਂ ਰਾਏ ਜੀ ਦੀਆਂ, ਤੇ ਸੁਣ ਕੇ ਆਸਨ ਪੋਤੇ ਸੰਗ ਬਧਾਰੇ। ਕਹਿੰਦੇ ਉਸੇ ਵਕਤ
ਗੁਰੂ ਨਾਨਕ ਸਾਹਿਬ ਆਪਣੇ ਆਸਣ ਤੋਂ ਉੱਠੇ, ਆਸਣ ਤਿਆਗ ਕਰਕੇ ਉਸੇ ਵਕਤ ਉਮੀਦੇ ਨਾਲ ਟੁਰ ਪਏ ਨੇ ਹੁਣ ਰਾਏ ਬੁਲਾਰ ਦੇ ਘਰ ਵੱਲ। ਰਾਏ ਰਤੇ ਸੁਖ ਸੋ ਵਿਕਸਾਂ ਵਿੱਚ। ਕਹਿੰਦੇ ਰਾਏ ਬੁਲਾਰ ਜੀ ਨੇ ਜਦੋਂ ਤੱਕਿਆ, ਯੋਂ ਟੁਰੇ ਆਉਂਦੇ ਨੇ ਸਾਹਮਣੇ ਮੇਰੇ ਮੌਲਾ ਮੇਰੇ ਰੱਬ ਗੁਰੂ ਨਾਨਕ ਸਾਹਿਬ। ਤੇ ਦੂਰੋਂ ਹੀ ਵੇਖ ਕੇ ਰਾਏ ਜੀ ਦਾ ਮਨ ਖਿੜ ਗਿਆ, ਬੜੇ ਪਰੇਸ਼ਾਨ ਹੋਏ ਹਨ। ਪ੍ਰੀਤਮ ਕੋ ਜਬ ਰੂਪ ਨਿਹਾਰੇ। ਕਹਿੰਦੇ ਜਦੋਂ ਆਪਣੇ ਪ੍ਰੀਤਮ ਦਾ ਸਰੂਪ ਤੱਕਿਆ ਤਾਂ ਪ੍ਰੇਮੀ ਨੇ ਤੇ ਖੁਸ਼ ਹੋਣਾ ਹੀ ਹੈ, ਪ੍ਰੇਮੀ ਨੂੰ ਤੇ ਚਾਅ ਚੜ੍ਹਨਾ ਹੀ ਹੈ। ਜਦੋਂ ਪ੍ਰੀਤਮ ਦਾ ਸਰੂਪ ਸਾਹਮਣੇ ਵੇਖੇ, ਓਠਤ ਭਾਮਚ ਉੱਪਰ ਤੇ ਟਿਕ। ਕਹਿੰਦੇ ਰਾਏ ਬੁਲਾਰ ਜੀ ਜਿੱਥੇ ਬੈਠੇ ਸਨ ਉੱਚੀ ਥਾਂ ਤੇ, ਉੱਥੋਂ ਜਦੋਂ ਉੱਠਣ ਲੱਗੇ ਹਨ ਸ੍ਰੀ ਗੁਰੂ ਜਾਇ ਕੇ ਕੀਨ ਨਿਵਾਰੇ। ਮਹਾਰਾਜ ਅੱਗੇ ਵਧੇ ਕਾਲੀ ਦੇ ਨਾਲ, ਤੇ ਸਤਿਗੁਰੂ ਜੀ ਨੇ ਰਾਏ ਜੀ ਦਾ ਹੱਥ ਪਕੜ ਲਿਆ। ਨਾ ਰਾਏ ਜੀ ਬੈਠੋ, ਤੁਸੀਂ ਬਜ਼ੁਰਗ ਹੋ, ਉਠੋ ਨਾ, ਇੰਜ ਹੀ ਕਬੂਲ ਹੈ ਤੁਹਾਡੀ ਬੰਦਨਾ, ਸਾਨੂੰ ਬੰਧਨ ਕੀਨ ਅਧੀਨ ਪਇਓ। ਤੇ ਰਾਏ ਜੀ ਜਦੋਂ ਕੋਲ ਪਹੁੰਚੇ, ਸਤਿਗੁਰੂ ਬੜੀ ਨਿਮਰਤਾ ਬੜੀ ਅਧੀਨਗੀ ਵਿੱਚ ਆ ਕੇ ਉਹਨਾਂ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਸੀਸ ਰੱਖਿਆ। ਮੁਖ ਭਾਗ ਬਿਨੈ ਨਿਜ ਊਚ ਬਿਠਾਰੇ। ਕਹਿੰਦੇ ਗੁਰੂ ਨਾਨਕ ਸਾਹਿਬ ਨੂੰ ਉੱਚੀ ਥਾਂ ਬਿਠਾਇਆ ਰਾਏ ਬੁਲਾਰ ਜੀ ਨੇ, ਤੇ ਆਪਣੇ ਮੁਖੋਂ ਇੰਜ ਬੇਨਤੀ ਕਰਦੇ ਹਨ। ਕਾਤਰ ਮਾਤ ਤੁਮਾਰ ਬ੍ਰਹਤਰ। ਕਹਿਣ ਲੱਗੇ ਗੁਰੂ ਨਾਨਕ ਸਾਹਿਬ, ਮੇਰੇ ਰੱਬ ਜੀ, ਮੇਰੇ ਮੌਲਾ ਜੀ, ਆ ਵੇਖੋ, ਆ ਤੁਹਾਡੇ ਮਾਤਾ ਜੀ, ਤੁਹਾਡੇ ਪਿਤਾ ਜੀ, ਤੁਹਾਡੇ ਚਾਚਾ ਜੀ, ਇਹ ਬੜੇ ਬਿਰਹਾ ਤੁਰ ਨੇ, ਵਿਛੋੜੇ ਕਰਕੇ ਦੁਖੀ ਨੇ। ਤੁਹਾਡਾ ਵਿਛੋੜਾ ਪੈਣ ਲੱਗਾ ਹੈ, ਸੁਣਿਆ ਮਹਾਰਾਜ ਤੁਸੀਂ ਕਿਤੇ ਜਾਣਾ ਚਾਹੁੰਦੇ ਹੋ। ਤੇ ਇਹ ਬਾਤ ਜਦੋਂ ਤੁਹਾਡੇ ਮਾਪਿਆਂ ਨੇ ਸੁਣੀ ਤਾਂ ਇਹ ਬਹੁਤ ਦੁਖੀ ਹੋਏ, ਤੇ ਦੁਖੀ ਹੋ ਕੇ ਮੇਰੇ ਪਾਸ ਆਏ ਹਨ। ਸਾਗਰ ਮੋਹ ਮੈਂ ਹੋਏ ਮਗਨਾਈ। ਵੇਖੋ ਮੋਹ ਦੇ ਸਮੁੰਦਰ ਵਿੱਚ ਇਹ ਮਸਤ ਨੇ, ਮਗਨ ਹਨ। ਹੀਨ ਬਲੰਬਤ ਰਹਿਤੇ ਕਿਉਂ ਕਰ। ਇਹ ਦੱਸੋ ਫਿਰ ਇਹ ਕਿੱਥੋਂ ਆਸਰਾ ਪ੍ਰਾਪਤ ਕਰਨਗੇ। ਇਹ ਤੇ ਤੁਹਾਡੇ ਮੋਹ ਦੇ ਸਾਗਰ ਦੇ ਵਿੱਚ ਨਿਮਗਨ ਹਨ। ਜਾਣਦਾ ਹਾਂ ਸਭ ਪੀਰ ਪਰਾਈ। ਮੈਂ ਜਾਣਦਾ ਹਾਂ ਸਾਰੀ ਪਰਾਈ ਪੀੜਾ ਨੂੰ ਵੀ, ਇਹ ਪੀੜਾ ਬੜੀ ਦੁਖੀ ਕਰਦੀ ਹੈ। ਵਿਛੋੜੇ ਦਾ ਦੁੱਖ ਬੜਾ ਸਤਾਉਂਦਾ ਹੈ। ਇਹ ਗੁਰੂ ਨਾਨਕ ਸਾਹਿਬ, ਇਹ ਹਿਜਰ ਦਾ ਦੁੱਖ, ਇਹ ਬਿਰਹੇ ਦਾ ਦੁੱਖ, ਇਹ ਵਿਛੋੜੇ ਦਾ ਦੁੱਖ ਬੜਾ ਹੀ ਦੁਖੀ ਕਰਦਾ ਹੈ ਜੀਵ ਨੂੰ। ਐ ਜਨ ਗਿਆਨ ਕੀ ਪੂਤ ਪਰਾਂਚਾਵੋ। ਮਹਾਰਾਜ ਫਿਰ ਕਰੋ ਕਿਰਪਾ, ਜਾਂ ਤੇ ਹੁਣ ਆਪਣੇ ਮਾਪਿਆਂ ਨੂੰ ਗਿਆਨ ਦੇ ਜਹਾਜ਼ੇ ਚੜਾ ਦਿਓ, ਇਹਨਾਂ ਨੂੰ ਬ੍ਰਹਮ ਗਿਆਨ ਦੇ ਜਹਾਜ਼ ਚੜਾ ਦਿਓ। ਹੁਣ ਮੋਹ ਕਲੋਲ ਤੇ ਪਾਰ ਲੰਘਾਈ। ਇਹ ਜਿਹੜਾ ਮੋਹ ਰੂਪੀ ਕਲੋਲ ਹੈ, ਇਹ ਤੋਂ ਪਾਰ ਲੰਘਾ ਦਿਓ ਇਹਨਾਂ ਨੂੰ, ਤਾਂ ਕਿ ਇਹ ਮੋਹ ਤੋਂ ਰਹਿਤ ਹੋ ਜਾਣ। ਹੁਣ ਨਾ ਤੁਰ ਹੋ ਕਰ ਤੀਰ ਮਿਲੇ ਤੁਮ। ਨਹੀਂ ਤੇ ਮਹਾਰਾਜ ਕਿਨਾਰਾ ਰੂਪ ਹੋ ਕੇ ਮਿਲੋ ਆਪਣੇ ਮਾਪਿਆਂ ਨੂੰ। ਤੁਸੀਂ ਹੁਣ ਇਹ ਬਹੁਤ ਦੁਖੀ ਨੇ। ਸਤਿਗੁਰੂ ਧੀਰ ਸਰੀਰ ਧਰੈ ਸੁਖ ਪਾਈ। ਤਾਂ ਮਹਾਰਾਜ ਇਹਨਾਂ ਨੂੰ ਹੌਸਲਾ ਮਿਲੂ, ਤਾਂ ਇਹਨਾਂ ਨੂੰ ਧੀਰਜ ਪ੍ਰਾਪਤ ਹੋਣ।
ਤਾਂ ਇਹ ਸੁਖ ਪ੍ਰਾਪਤ ਕਰਨਗੇ, ਨਹੀਂ ਤੇ ਬਹੁਤ ਦੁਖੀ ਹੈ। ਇਹਨਾਂ ਦੇ ਮਨ ਰਾਏ ਜੀ ਕਾਰਜ ਜਾਨ ਕੋ ਜਾਨੋ। ਇਹ ਸੁਣ ਕੇ ਗੁਰੂ ਨਾਨਕ ਸਾਹਿਬ ਬੋਲੇ, ਕਹਿਣ ਲੱਗੇ ਰਾਏ ਜੀ ਕਾਰਜ ਹੈ ਕੋਈ, ਜਾਣਾ ਜ਼ਰੂਰੀ ਹੈ। ਸਾਡਾ ਗਿਆਨ ਵਖਾਨਤ ਅਨ ਜੋਈ। ਜਿਹੜਾ ਤੁਸੀਂ ਮੁਖੋਂ ਕਹਿੰਦੇ ਹੋ ਬਈ ਇਹਨਾਂ ਨੂੰ ਬ੍ਰਹਮ ਗਿਆਨ ਬਖਸ਼ ਦਵੋ, ਆਪਣੇ ਮਾਪਿਆਂ ਨੂੰ ਪਾਏ ਸਮਾ ਹੋਈ ਜਾਵੈ ਪ੍ਰਾਪਤ। ਰਾਏ ਜੀ ਤੁਹਾਡਾ ਇਹ ਬਚਨ ਵੀ ਸੱਚ ਹੋਇਆ, ਅਜੇ ਨਹੀਂ। ਸਮਾਂ ਜਦੋਂ ਆਵੇਗਾ ਇਹਨਾਂ ਨੂੰ ਆਤਮ ਗਿਆਨ ਬ੍ਰਹਮ ਗਿਆਨ ਵੀ ਪ੍ਰਾਪਤ ਹੋਵੇਗਾ, ਪਾਰ ਪਰੈ ਭਵ ਬੰਧਨ ਕੋਈ। ਔਰ ਜਗਤ ਦੇ ਤਮਾਮ ਬੰਧਨ ਇਹ ਖੋ ਦੇਣਗੇ, ਦੂਰ ਕਰ ਲੈਣਗੇ, ਨਾਸ਼ ਹੋ ਜਾਣਗੇ ਇਹਨਾਂ ਦੇ ਤਮਾਮ ਜਗਤ ਦੇ ਬੰਧਨ। ਨੌਕਾ ਸੋ ਮੇਲ ਬਨਿਓ ਜਗ ਮਾਹੇ। ਰਾਏ ਜੀ ਸੁਣੋ, ਗੱਲ ਮੋਹ ਦੀ ਕੀਤੀ ਤੁਸਾਂ। ਜਿਹੜਾ ਸੰਸਾਰ ਹੈ, ਇੱਥੇ ਜਿਹੜਾ ਮਿਲਣਾ ਹੈ ਜਗਤ ਵਿੱਚ, ਇਹ ਇਸ ਕਦਰ ਦਾ ਮਿਲਾਪ ਹੈ ਜਿਵੇਂ ਕਿਨਾਰੇ ਤੇ ਖਲੋਤੀ ਬੇੜੀ, ਤੇ ਉਹਦੇ ਬੇੜੀ ਦੇ ਵਿੱਚ ਇੱਕ ਨਹੀਂ ਕਈ ਲੋਕ ਸਵਾਰ ਹੁੰਦੇ ਨੇ, ਕਈ ਮਿਲਦੇ ਨੇ ਆਪਸ ਵਿੱਚ, ਪਰ ਉਹ ਮਿਲਾਪ ਕਿੱਥੋਂ ਤੱਕ ਹੁੰਦਾ ਹੈ? ਪਾਰ ਲੰਘਣ ਤੱਕ ਸੀਮਤ ਹੁੰਦਾ ਹੈ ਉਹ ਮਿਲਾਪ। ਇਹ ਸੰਸਾਰ ਦੇ ਵਿੱਚ ਜਿਹੜਾ ਪਰਿਵਾਰ ਦਾ, ਸੰਬੰਧੀਆਂ ਦਾ ਮਿਲਾਪ ਹੈ, ਇਹ ਮਿਲਾਪ ਉਸ ਨੌਕਾ ਸਮਾਨ ਕਿਸ਼ਤੀ ਦੇ ਬੇੜੀ ਦੇ ਮਿਲਾਪ ਸਮਾਨ ਹੀ ਹੁੰਦਾ। ਥੋੜੇ ਸਮੇਂ ਦਾ ਸੰਜੋਗ ਵਿਜੋਗ ਸਮੇਂ ਸਿਰ ਹੋਈ। ਇਹ ਸਮੇਂ ਸਿਰ ਹੁੰਦਾ ਹੈ, ਸਮੇਂ ਸਿਰ ਮਿਲਾਪ ਹੁੰਦਾ ਹੈ, ਤੇ ਸਮੇਂ ਸਿਰ ਮਿਲਾਪ ਵਿਛੋੜੇ ਵਿੱਚ ਤਬਦੀਲ ਹੋ ਜਾਂਦਾ ਹੈ। ਇਹ ਮਿਲਣਾ ਤੇ ਵਿਛੜਨਾ ਤੇ ਬਣੇ ਰਾਏ ਜੀ। ਸਰੀਰ ਮਿਲਦੇ ਹਨ, ਸਰੀਰ ਵਿਛੜਦੇ ਵੀ ਹਨ। ਗਿਆਨੀ ਸਮਾਨ ਰਹਿ ਜੁਗਤੇ ਜਗ। ਪਰ ਜਿਹੜੇ ਗਿਆਨੀ ਹੁੰਦੇ ਨੇ ਉਹ ਇਸ ਜਗਤ ਵਿੱਚ ਦੋਵਾਂ ਕਿਰਿਆਵਾਂ ਵਿੱਚ, ਮਿਲਾਪ ਤੇ ਵਿਛੋੜੇ ਦੀ ਕਿਰਿਆ ਵਿੱਚ, ਉਹ ਸਮਾਨ ਰਹਿੰਦੇ ਨੇ, ਬਰਾਬਰ ਰਹਿੰਦੇ ਹਨ, ਨਿਰਲੇਪ ਰਹਿੰਦੇ ਹਨ। ਸ਼ੋਕ ਨਾ ਹੋਏ ਹਰ ਖੰਤ ਨਾ ਕੋਈ। ਨਾ ਗਿਆਨਵਾਨ ਪੁਰਸ਼ਾਂ ਨੂੰ ਸੋਗ ਹੁੰਦਾ ਹੈ, ਨਾ ਕੋਈ ਹਰਖ ਹੁੰਦਾ ਹੈ, ਨਾ ਖੁਸ਼ੀ ਨਾ ਗਮੀ, ਕੁਝ ਨਹੀਂ ਹੁੰਦਾ। ਜਿਹੜੇ ਗਿਆਨੀ ਲੋਕ ਹੁੰਦੇ ਹਨ, ਰਾਏ ਭਲੇ ਮੁਖ ਜੋ ਅਰਵਿੰਦ। ਰਾਏ ਬੁਲਾਰ ਜੀ ਕਹਿੰਦੇ ਮਹਾਰਾਜ ਤੁਸਾਂ ਜੋ ਆਪਣੇ ਮੁਖਾਰ ਬਿੰਦ ਤੋਂ ਕਿਹਾ ਬਿਲਕੁਲ ਸਹੀ ਕਿਹਾ, ਸੱਚ ਆਖਿਆ ਤੁਸਾਂ। ਨਦੇਸ਼ ਬਨੇ ਮਕਰੰਦ ਤੁਮਾਰੀ। ਮਹਾਰਾਜ ਤੁਹਾਡਾ ਜਿਹੜਾ ਹੁਕਮ ਹੈ ਇਹ ਮਕਰੰਦ ਹੈ, ਮਕਰੰਦ ਇਹ ਰਸ ਹੈ। ਜਿਵੇਂ ਫੁੱਲ ਦਾ ਮਕਰੰਦ ਹੁੰਦਾ ਹੈ, ਰਸ ਹੁੰਦਾ ਹੈ ਜੀ। ਉਹ ਮਨ ਰੀਤ ਮਲਿੰਦ ਕੀ ਚਾਹਤ। ਤੇ ਮੇਰਾ ਜਿਹੜਾ ਮਨ ਹੈ ਮਹਾਰਾਜ ਉਹ ਮਲਿੰਦ ਦੀ ਨਿਆਈ ਹੈ। ਮਲਿੰਦ ਕਹਿੰਦੇ ਨੇ ਭੌਰੇ ਨੂੰ, ਅਲ ਵੀ ਕਹਿੰਦੇ ਨੇ ਭੌਰੇ ਨੂੰ, ਮਲਿੰਦ ਵੀ। ਮੇਰਾ ਮਨ ਭੌਰੇ ਦੀ ਨਿਆਈ ਹੈ ਸਤਿਗੁਰੂ। ਤੁਹਾਡਾ ਇੱਕ ਇੱਕ ਵਚਨ ਮਕਰੰਦ ਹੈ, ਰਸ ਭਰਪੂਰ ਹੈ। ਇਹਦੇ ਵਿੱਚ ਗਿਆਨ ਦਾ ਰਸ ਹੈ, ਇਹਦੇ ਵਿੱਚ ਬ੍ਰਹਮ ਦਾ ਰਸ ਹੈ, ਨਾਮ ਦਾ ਰਸ ਹੈ। ਤੁਹਾਡਾ ਇੱਕ ਇੱਕ ਵਚਨ ਮਕਰੰਦ ਹੈ, ਤੇ ਮੇਰਾ ਮਨ ਭੌਰੇ ਦੀ ਨਿਆਈ ਹੈ, ਤੇ ਭੌਰਾ ਹੀ ਉਸ ਰਸ ਨੂੰ
ਮਾਣਦਾ ਹੈ। ਇਹ ਸਤਿਗੁਰੂ ਮੈਂ ਸਮਝਦਾ, ਤੁਸੀਂ ਜੋ ਕਹਿ ਰਹੇ ਹੋ ਸਤ ਕਹਿ ਰਹੇ ਹੋ। ਛੇ ਕਰਨਾ ਪ੍ਰਕਾਸ਼ ਤੁਮਾਰੀ। ਸਤਿਗੁਰੂ ਇਹ ਤੁਹਾਡੀ ਕਿਰਪਾ ਹੈ ਕਿ ਮੈਂ ਤੁਹਾਡੇ ਬਚਨਾਂ ਦੇ ਵਿੱਚੋਂ ਇਸ ਰਸ ਨੂੰ ਭੌਰਾ ਬਣ ਕੇ ਪ੍ਰਾਪਤ ਕਰਦਾ ਹਾਂ। ਚਾਦਰ ਚਿਤ ਸਵਾਦ ਸੀ ਚਾਹਤ ਹੈ। ਇਹ ਮਹਾਰਾਜ ਮੇਰਾ ਚਿੱਤ ਪਪੀਹਾ ਹੈ ਤੇ ਮੇਰਾ ਚਿੱਤ ਰੂਪੀ ਪਪੀਹਾ ਤੁਹਾਡੀ ਸੰਗਤ, ਤੁਹਾਡੇ ਦਰਸ਼ਨਾਂ ਰੂਪੀ ਸਵਾਂਤੀ ਨੂੰ ਚਾਹੁੰਦਾ ਹੈ। ਅੱਠੇ ਪਹਿਰ ਰਸਨਾ ਘਨ ਸੀ ਬਚ ਬਾਰੀ। ਮਹਾਰਾਜ ਜਿਹੜੇ ਤੁਹਾਡੀ ਜਿਹੜੀ ਰਸਨਾ ਹੈ, ਤੁਹਾਡੀ ਰਸਨਾ ਤੋਂ ਜਿਹੜੇ ਉਚਾਰਨ ਕੀਤੇ ਬੋਲ ਨੇ ਸਤਿਗੁਰੂ, ਇਹ ਤੇ ਘਨ ਜੈਸੇ ਹਨ, ਇਹ ਤੇ ਬੱਦਲ ਜੈਸੇ ਹਨ। ਇਹ ਤੇ ਜਦੋਂ ਬੱਦਲ ਵਰਸਦਾ ਉਦੋਂ ਪਪੀਹੇ ਨੂੰ ਸਵਾਂਤੀ ਬੂੰਦ ਪ੍ਰਾਪਤ ਹੁੰਦੀ ਹੈ। ਕਿਤੇ ਆਪ ਕਰੋ ਫਰਮਾਇਸ਼ ਕੋ ਇੱਕ। ਸਤਿਗੁਰੂ ਜਿਵੇਂ ਤੁਹਾਡੀ ਆਗਿਆ, ਹੁਕਮ ਕਰੋ। ਮੇਰੇ ਲਈ ਕੀ ਹੁਕਮ ਹੈ? ਇਹ ਮੇਰੇ ਗੁਰੂ ਨਾਨਕ ਸਾਹਿਬ, ਤੁਸੀਂ ਮੈਨੂੰ ਫਰਮਾਇਸ਼ ਕਰੋ, ਆਗਿਆ ਦਿਓ, ਹੁਕਮ ਕਰੋ। ਸੇਵ ਕਰੋ ਸਫਲੇ ਸੋ ਹਮਾਰੀ। ਮਹਾਰਾਜ ਮੈਂ ਤੁਹਾਡੀ ਸੇਵਾ ਕਰਾਂ ਤੇ ਮਹਾਰਾਜ ਮੇਰਾ ਤਨ ਮਨ ਸਫਲਾ ਹੋਵੇ। ਦੱਸੋ ਮਹਾਰਾਜ ਮੈਂ ਤੁਹਾਡੀ ਕੀ ਖਿਦਮਤ ਕਰ ਸਕਦਾ ਹਾਂ? ਤੁਹਾਡੀ ਖਿਦਮਤ ਵਿੱਚ, ਤੁਹਾਡੀ ਸੇਵਾ ਵਿੱਚ ਤੁਹਾਡਾ ਇਹ ਸੇਵਕ ਰਾਏ ਬੁਲਾਰ ਹਾਜ਼ਰ ਹੈ ਜੀ। ਹੋ ਤੇ ਨਾ ਸੇਵ ਭਈ ਤੁਮਰੀ ਕਛ। ਮਹਾਰਾਜ ਮੈਥੋਂ ਤੁਹਾਡੀ ਕੁਝ ਸੇਵਾ ਨਹੀਂ ਹੋਈ। ਇਹ ਗੁਰੂ ਨਾਨਕ ਸਾਹਿਬ, ਮੈਂ ਕੋਈ ਸੇਵਾ ਤੁਹਾਡੀ ਨਹੀਂ ਇਹ ਕਰ ਸਕਿਆ। ਜਾਂ ਤੇ ਰਿਦਾ ਕਰਤਾ ਨ ਪਾਵੇ। ਤਾਂ ਤੇ ਮਹਾਰਾਜ ਮੇਰਾ ਜਿਹੜਾ ਹਿਰਦਾ ਹੈ ਇਹ ਟਿਕਾਓ ਨਹੀਂ ਪਾਉਂਦਾ, ਕਿਉਂਕਿ ਜਿਤਨੀ ਸੇਵਾ ਤੁਹਾਡੀ ਹੋਣੀ ਚਾਹੀਦੀ ਸੀ ਉਤਨੀ ਰਾਏ ਤੋਂ ਹੋਈ ਨਹੀਂ ਅੱਜ ਤੱਕ। ਇਹਾ ਰਹੋ ਤਬ ਹੇਰ ਨਹੁ ਪਤ। ਮਹਾਰਾਜ ਜੇ ਤੁਸੀਂ ਇੱਥੇ ਰਹਿੰਦੇ ਹੋ, ਮੈਂ ਤੁਹਾਡੇ ਮੁਬਾਰਕ ਚਰਨ ਕਮਲ ਤੱਕਦਾ ਹਾਂ, ਤੁਹਾਡਾ ਸੁੰਦਰ ਸਰੂਪ ਤੱਕਦਾ ਹਾਂ, ਤੁਹਾਡੇ ਚਰਨਾਂ ਤੇ ਸੀਸ ਰੱਖਦਾ ਹਾਂ, ਨਤਮਸਤਕ ਹੁੰਦਾ ਹਾਂ। ਤੇ ਸਤਿਗੁਰੂ ਜੋ ਤਿਲ ਫੁੱਲ ਸੇਵਾ ਹੁੰਦੀ ਹੈ ਮੈਥੋਂ, ਉਹ ਮੈਂ ਕਰਦਾ ਹਾਂ। ਤੁਹਾਡੀ ਪਰੇ ਵੀ ਬਹੁਤ ਘਟ ਹੈ ਜੀ। ਸਰੋਨ ਸਰੋ ਵਜ ਹਿਆ ਹਲਸਾਵੇ। ਮਹਾਰਾਜ ਤੁਸੀਂ ਇੱਥੇ ਹੋ ਤੇ ਮੈਂ ਆਪਣੇ ਕੰਨਾਂ ਦੇ ਨਾਲ ਤੁਹਾਡੇ ਬਚਨ ਵੀ ਸੁਣਦਾ ਹਾਂ, ਤੁਹਾਡੇ ਮਿੱਠੜੇ ਬੋਲ, ਤੁਹਾਡੀ ਮਿੱਠੜੀ ਆਵਾਜ਼ ਸੁਣਦਾ ਹਾਂ, ਮੇਰੇ ਕੰਨਾਂ 'ਚ ਪੈਂਦੀ ਹੈ ਤੇ ਮਹਾਰਾਜ ਮੇਰਾ ਹਿਰਦਾ ਪ੍ਰਸੰਨ ਹੋ ਜਾਂਦਾ ਹੈ, ਖਿੜ ਜਾਂਦਾ ਹੈ ਤੁਹਾਡੇ ਬਚਨ ਸੁਣ ਕੇ। ਇਹ ਜਗ ਨਾਇਕ ਹੈ ਗਤ ਦਾਇਕ। ਇਹ ਜਗਤ ਦੇ ਮਾਲਕ, ਇਹ ਮੁਕਤੀ ਦੇ ਦਾਤਾ ਗੁਰੂ ਨਾਨਕ ਸਾਹਿਬ, ਉਹ ਸਭ ਲਾਇਕ ਪ੍ਰੋਖ ਰਹਾਵੇ। ਮਹਾਰਾਜ ਤੁਸੀਂ ਸਮਰੱਥ ਹੋ, ਸਭ ਕਾਸੇ ਦੇ ਯੋਗ ਹੋ, ਲਾਇਕ ਹੋ, ਪਰ ਸਤਿਗੁਰੂ ਆਪਣੇ ਆਪ ਨੂੰ ਅਪਰੋਖ ਰੱਖਦੇ ਹੋ, ਛੁਪਾ ਕੇ ਰੱਖਦੇ ਹੋ। ਜਿਤਨੀ ਸਮਰੱਥਾ, ਜਿਤਨੀ ਕਲਾ ਤੁਹਾਡੇ ਵਿੱਚ ਹੈ ਸਤਿਗੁਰੂ, ਤੁਸੀਂ ਉਸ ਸਮਰੱਥਾ ਨੂੰ, ਉਸ ਕਲਾ ਨੂੰ ਜ਼ਾਹਰ ਨਹੀਂ ਕਰਦੇ। ਪੂਰਨ ਰੂਪ ਪ੍ਰਾਤਮ ਪਾਵਨ। ਤੁਸੀਂ ਪੂਰਨ ਰੂਪ ਹੋ, ਪ੍ਰਾਤਮ ਸਰੂਪ ਹੋ, ਪਰਮਾਤਮ ਸਰੂਪ ਹੋ। ਸ੍ਰੀ ਪਰਮੇਸ਼ਰ ਮੋਬਲ ਦਰਸਾਵੇ। ਇਹ ਮਹਾਰਾਜ ਮੈਨੂੰ ਤੇ ਤੁਹਾਡੇ ਚੋਂ ਖੁਦਾ ਦਿਸਦਾ ਹੈ, ਪਰਮਾਤਮਾ ਦਿਸਦਾ ਹੈ, ਰੱਬ ਨਜ਼ਰ ਆਉਂਦਾ ਮੈਨੂੰ। ਤੁਹਾਡੇ ਵਿੱਚੋਂ ਮੇਰੇ ਤੇ ਰੱਬ ਹੋ,
ਮੇਰੇ ਲਈ ਤੁਸੀਂ ਰੱਬ ਜੇ। ਇਹ ਗੁਰੂ ਨਾਨਕ ਸਾਹਿਬ ਮੈਨੂੰ ਤੁਹਾਡੇ ਚੋਂ ਮੌਲਾ ਦਿਸਦਾ ਏ। ਸ੍ਰੀ ਗੁਰੂ ਆਨੰਦ ਬੈਨ ਭਨੈ। ਗੁਰੂ ਨਾਨਕ ਸਾਹਿਬ ਆਪਣੇ ਮੁਖੋਂ ਇਹ ਜੋ ਬਚਨ ਕਰਦੇ ਹਨ। ਜਿਵ ਸਾਏ ਸਰੀਰ ਦਇਓ ਸੰਗ ਹਮਾਰੇ। ਸਤਿਗੁਰੂ ਕਹਿੰਦੇ ਰਾਏ ਜੀ ਮੈਨੂੰ ਪਤਾ ਹੈ ਤੁਸੀਂ ਕਿੰਨਾ ਪ੍ਰੇਮ ਕਰਦੇ ਹੋ ਸਾਡੇ ਨਾਲ, ਤੇ ਤੁਸੀਂ ਗੁਰੂ ਨਾਨਕ ਦੇ ਨਾਲ ਇੰਜ ਰਹਿੰਦੇ ਹੋ ਜਿਵੇਂ ਸਰੀਰ ਦੇ ਨਾਲ ਪਰਛਾਵਾਂ ਰਹਿੰਦਾ ਹੈ। ਪਰਛਾਵਾਂ ਸਰੀਰ ਤੋਂ ਵੱਖ ਨਹੀਂ ਹੁੰਦਾ, ਸਰੀਰ ਦੇ ਨਾਲ ਹੀ ਚੱਲਦਾ ਹੈ ਪਰਛਾਵਾਂ ਇਸ ਜੀਵ ਦਾ। ਤੇ ਰਾਏ ਜੀ ਤੁਸੀਂ ਗੁਰੂ ਨਾਨਕ ਦੇ ਨਾਲ ਪਰਛਾਵਾਂ ਬਣ ਕੇ ਚੱਲਦੇ ਹੋ। ਜਿੱਥੇ ਗੁਰੂ ਨਾਨਕ ਉੱਥੇ ਰਾਏ ਬੁਲਾਰ। ਤੁਸੀਂ ਕਿਤੇ ਮੈਥੋਂ ਦੂਰ ਹੋ, ਤੁਸੀਂ ਕਿਤੇ ਮੈਥੋਂ ਵੱਖ ਹੋ। ਰਾਏ ਜੀ ਤੁਸਾਂ ਤੇ ਸਾਡੇ ਨਾਲ ਹੋ ਹਮੇਸ਼ਾ ਹੀ, ਤੇ ਗੁਰੂ ਨਾਨਕ ਤੁਹਾਡੇ ਨਾਲ ਹੈ ਸਦਾ ਹੀ। ਨੇਤਰ ਹੋ ਉਧਰ ਚੀਤ ਕਰੋ। ਮਹਾਰਾਜ ਕਹਿੰਦੇ ਤੁਸੀਂ ਨਿਤ ਰਹਿੰਦੇ ਹੋ ਮੇਰੇ ਨਾਲ ਪਰਛਾਵੇਂ ਵੱਜ। ਤੁਸੀਂ ਆਪਣੇ ਚਿੱਤ ਨੂੰ ਟਿਕਾਉਣਾ ਕਰੋ, ਧੀਰਜ ਰੱਖੋ। ਰਾਏ ਜੀ ਗੁਰੂ ਨਾਨਕ ਤੁਹਾਥੋਂ ਵੱਖ ਨਹੀਂ, ਤੁਹਾਥੋਂ ਦੂਰ ਨਹੀਂ। ਔਰ ਪ੍ਰੀਤ ਭਰਾ ਸਰਦਾ ਸੋ ਤੁਮਾਰੇ। ਬੜੀ ਪ੍ਰੀਤੀ ਹੈ ਤੁਹਾਡੇ ਹਿਰਦੇ ਵਿੱਚ, ਬੜੀ ਸ਼ਰਧਾ ਹੈ ਤੁਹਾਡੇ ਮਨ ਦੇ ਅੰਦਰ ਸਾਡੇ ਪ੍ਰਤੀ। ਅਸੀਂ ਜਾਣਦੇ ਹਾਂ, ਸਭ ਪਹਿਚਾਣਦੇ ਹਾਂ ਤੁਹਾਡੀ ਅੰਦਰਲੀ ਅਵਸਥਾ ਨੂੰ। ਏਕ ਸਪੈ ਫਰਮਾਏ ਸੇ ਆਇਸ। ਸਾਹਿਬ ਕਹਿੰਦੇ ਹੁਣ ਦੂਜੀ ਗੱਲ ਸੁਣੋ ਰਾਏ ਜੀ। ਤੁਸਾਂ ਕਿਹਾ ਹੈ ਵੀ ਗੁਰੂ ਨਾਨਕ ਸਾਹਿਬ ਹੁਕਮ ਕਰੋ, ਆਗਿਆ ਕਰੋ, ਮੈਂ ਤੁਹਾਡੀ ਕੀ ਸੇਵਾ ਕਰਾਂ। ਸਤਿਗੁਰੂ ਕਹਿੰਦੇ ਰਾਏ ਜੀ ਤੁਹਾਨੂੰ ਪਤਾ ਹੈ ਗੁਰੂ ਨਾਨਕ ਦੀ ਫਰਮਾਇਸ਼, ਗੁਰੂ ਨਾਨਕ ਦੀ ਬੇਨਤੀ ਇੱਕ ਨਿਰੰਕਾਰ ਦੇ ਚਰਨਾਂ ਵਿੱਚ ਹੁੰਦੀ ਹੈ, ਕਿਸੇ ਮਨੁੱਖ ਦੇ ਕੋਲ ਨਹੀਂ। ਜਾ ਸਮ ਕੋਈ ਨਾ ਆਨ ਉਦਾਰੇ। ਪਰ ਜਿਹਦੇ ਵਰਗਾ ਕੋਈ ਹੋਰ ਸ੍ਰੇਸ਼ਟ ਨਹੀਂ ਹੈ। ਆਤਮਾ ਮੇ ਏਠਾਨ ਰਹਿਨੋ। ਸਤਿਗੁਰੂ ਕਹਿੰਦੇ ਮੇਰੇ ਹੱਥ ਨਹੀਂ, ਮੇਰੇ ਹੱਥ ਵੱਸ ਨਹੀਂ। ਰਾਏ ਜੀ ਤੁਸੀਂ ਚਾਹੁੰਦੇ ਹੋ ਮੈਂ ਤਲਵੰਡੀ ਰਹਾਂ, ਪਰ ਗੁਰੂ ਨਾਨਕ ਦੇ ਹੱਥ ਵੱਸ ਨਹੀਂ। ਗੁਰੂ ਨਾਨਕ ਤੇ ਨਿਰੰਕਾਰ ਦੇ ਹੁਕਮ ਦਾ ਪਾਬੰਦ ਹੈ। ਮੈਂ ਤੇ ਉਹਦਾ ਹੁਕਮ ਹੀ ਮੰਨਦਾ ਹਾਂ, ਉਹਦੀ ਰਜ਼ਾ ਵਿੱਚ ਟੁਰਨ ਵਾਲਾ ਹਾਂ। ਤੇ ਜਿਵੇਂ ਉਹਦੀ ਮੌਜ ਹੈ ਉਹ ਜਿੱਥੇ ਰੱਖੇ ਗੁਰੂ ਨਾਨਕ ਨੇ ਉੱਥੇ ਹੀ ਰਹਿਣਾ ਹੈ। ਕਰਤਾਰ ਅਧੀਨ ਲਖਿਓ ਬਿਦ ਸਾਰੇ। ਇਹ ਜਾਣੋ ਰਾਏ ਜੀ ਸਭ ਕਰਤਾਰ ਦੇ ਵਸੀ ਨੇ, ਸਭ ਰੱਬ ਦੇ ਅਧੀਨ ਨੇ, ਤਮਾਮ ਖਲਕਤ ਦੇ ਜੀਵ ਜੰਤੂ। ਪਰ ਇਹ ਸਮਝ ਵਿਰਲਿਆਂ ਨੂੰ ਆਉਂਦੀ ਹੈ। ਰਾਏ ਬੁਲਾਰੇ ਆਨੰਦ ਮੈਂ ਹੋ ਕਰ। ਕਹਿੰਦੇ ਜਦੋਂ ਰਾਏ ਜੀ ਨੇ ਬਚਨ ਸੁਣੇ, ਰਾਏ ਬੁਲਾਰ ਆਨੰਦਿਤ ਹੋ ਗਏ, ਬੜੇ ਪ੍ਰਸੰਨ ਹੋਏ ਹਨ। ਬੰਧਨ ਕੀਨ ਬਦਨ ਅਰਵਿੰਦੂ। ਕਹਿੰਦੇ ਮਹਾਰਾਜ ਦੇ ਚਰਨ ਕਮਲਾਂ ਤੇ ਰਾਏ ਜੀ ਨੇ ਫਿਰ ਸੀਸ ਝੁਕਾਇਆ, ਵੰਦਨਾ ਕਰ ਦਿੱਤੀ। ਟੁੱਟ ਗਏ ਪਵ ਬੰਧਨ ਜਾ ਸਕੇ। ਕਹਿੰਦੇ ਜਿਸ ਰਾਏ ਜੀ ਦੇ ਤਮਾਮ ਜਗਤ ਦੇ ਬੰਧਨ ਹੀ ਛੁੱਟ ਗਏ, ਨਾਸ਼ ਹੋ ਗਏ। ਸਾਹਿਬ ਦੇ ਚਰਨਾਂ ਤੇ ਸੀਸ ਰੱਖਿਆ, ਗੁਰੂ ਨੂੰ ਮੱਥਾ
ਟਿਕਿਆ। ਮਤ ਭਇਓ ਮਕਰੰਦ ਮਲਿੰਦੂ। ਕਹਿੰਦੇ ਜਿਵੇਂ ਮਸਤ ਹੁੰਦਾ ਨਾ ਭੌਰਾ, ਫੁੱਲ ਦੇ ਮਕਰੰਦ ਵਿੱਚ, ਰਸ ਵਿੱਚ, ਇੰਜ ਰਾਏ ਜੀ ਭੌਰੇ ਦੀ ਨਿਆਈ ਸਤਿਗੁਰੂ ਦੇ ਚਰਨ ਕਮਲਾਂ ਦੇ ਇਸ ਮਕਰੰਦ ਵਿੱਚ ਮਸਤ ਨਿਮਗਨ ਹੋ ਗਏ ਹਨ। ਇਹ ਰਸ ਤੁਸਨ ਹੋਏ ਸਦੀਵ। ਰਸ ਪ੍ਰਾਪਤ ਕੀਤਾ ਭੌਰਾ ਜਦੋਂ ਫੁੱਲ ਚੋਂ ਰਸ ਚੂਸਦਾ ਹੈ ਨਾ, ਉਹ ਫਿਰ ਖਾਮੋਸ਼ ਹੁੰਦਾ ਹੈ, ਤੂਸ਼ਣ ਹੁੰਦਾ ਹੈ। ਪਹਿਲਾਂ ਜਦੋਂ ਭੌਰਾ ਮੰਡਰਾਉਂਦਾ ਹੈ, ਉਹਦੀ ਆਵਾਜ਼ ਹੁੰਦੀ ਹੈ ਗੂੰ ਗੂੰ ਗੂੰ, ਇਦਾਂ ਦੀ ਆਵਾਜ਼ ਹੁੰਦੀ ਹੈ ਭੌਰੇ ਦੀ। ਪਰ ਜਦੋਂ ਫੁੱਲ ਤੇ ਬਹਿੰਦਾ ਹੈ, ਉਹਦੇ ਮਕਰੰਦ ਨੂੰ ਚੂਸਦਾ ਹੈ, ਫਿਰ ਭੌਰੇ ਦੀ ਆਵਾਜ਼ ਕੋਈ ਨਹੀਂ ਹੁੰਦੀ, ਉਹਦੀ ਆਵਾਜ਼ ਗਵਾਚ ਜਾਂਦੀ ਹੈ। ਫਿਰ ਉਹ ਖਾਮੋਸ਼, ਫਿਰ ਉਹ ਚੁੱਪ। ਰਾਏ ਜੀ ਦੀ ਦਸ਼ਾ ਇਸ ਕਦਰ ਹੋ ਗਈ, ਹੁਣ ਰਾਏ ਜੀ ਦੇ ਅਲਫਾਜ਼ ਬੋਲ ਗੁਆਚ ਗਏ ਮਾਨੋ। ਰੂਪ ਜੋ ਆਦਰ ਦੇ ਸੁਧ ਬਿੰਦੂ। ਕਿਉਂ? ਕਿਉਂਕਿ ਸੁਧ ਹੋ ਗਈ। ਜੋ ਆਦਿ ਸਰੂਪ ਹੈ, ਇਸ ਜੀਵ ਦਾ ਜੋ ਸਵੈ ਸਰੂਪ ਹੈ, ਉਹਦੀ ਸੋਝੀ ਬਖਸ਼ ਦਿੱਤੀ। ਗੁਰੂ ਨਾਨਕ ਸਾਹਿਬ ਨੇ ਆਪਣੇ ਨਿਜ ਸਰੂਪ ਨੂੰ ਜਾਣਿਆ। ਰਾਏ ਬੁਲਾਰ ਜੀ ਨੇ ਤੇ ਉਹਨਾਂ ਦੀ ਦਸ਼ਾ ਗੂੰਗੇ ਜੈਸੀ ਹੋ ਗਈ। ਸਰਾਸਰ ਪ੍ਰਾਪਤ ਕਰਕੇ ਪ੍ਰਾਪਤ ਪੂਰਨਤਾ ਸੁਖੋ। ਕਹਿੰਦੇ ਪੂਰਨ ਸੁਖ, ਪੂਰਨ ਆਨੰਦ ਦੀ ਪ੍ਰਾਪਤੀ ਹੋਈ। ਰਾਏ ਬੁਲਾਰ ਜੀ ਨੂੰ ਕਮਲਾਨਨ ਹੇਰ ਗੁਰੂ ਜੋਗ ਬਿੰਦੂ। ਕਹਿੰਦੇ ਕਮਲਾਨਨ, ਕਮਲ ਜੈਸਾ ਮੁਖੜਾ ਹੈ, ਕਮਲ ਜੈਸੇ ਨੇਤਰ ਨੇ ਜਿਸ ਗੁਰੂ ਨਾਨਕ ਸਾਹਿਬ ਦੇ, ਉਹੀ ਗੁਰੂ ਨਾਨਕ ਹੁਣ ਰੱਬ ਨਜ਼ਰ ਆਉਂਦਾ ਹੈ। ਰਾਏ ਜੀ ਨੂੰ ਕਰਹੁ ਕਰਨਾ ਬਹੁ ਕੀਨ ਨਿਹਾਲ ਕਰਿਓ। ਕਹਿੰਦੇ ਬਹੁਤ ਕਿਰਪਾ ਕੀਤੀ, ਬੜੀ ਦਇਆ ਦ੍ਰਿਸ਼ਟੀ ਕਰਕੇ ਰਾਏ ਜੀ ਨੂੰ ਨਿਹਾਲ ਕੀਤਾ। ਗੁਰੂ ਨਾਨਕ ਸਾਹਿਬ ਨੇ ਜਿਹ ਕੀ ਸਮਝ ਨਾ ਹੋਵੇ ਬਿਗ ਕੋਈ। ਕਹਿੰਦੇ ਜਿਹਦੇ ਸਮਾਨ ਕੋਈ ਹੋਰ ਦੂਸਰਾ ਸੁਖ ਨਹੀਂ, ਉਹ ਆਤਮਕ ਸੁਖ ਰਾਏ ਜੀ ਨੂੰ ਬਖਸ਼ ਦਿੱਤਾ। ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਨੇ ਹੁਣ ਹੋਏ ਵਿਦਾਤਾ ਤੇ ਉਠ। ਸਤਿਗੁਰੂ ਜੀ ਉੱਠੇ, ਵਿਦਾ ਹੋਏ ਰਾਏ ਜੀ ਪਾਸੋਂ। ਸ੍ਰੀ ਗੁਰ ਆਏ ਗਏ ਘਰ ਜਾਵਨ ਹੋਈ। ਹੁਣ ਸਤਿਗੁਰੂ ਗੁਰੂ ਨਾਨਕ ਸਾਹਿਬ ਆਪਣੇ ਘਰੇ ਵਾਪਸ ਪਰਤ ਆਏ ਹਨ। ਵਿਸਰਿਓ ਨਾ ਚਾਹੇ ਅਸ ਹਾਥ ਨਹੀਂ ਨਿਜ। ਸਤਿਗੁਰੂ ਜੀ ਦੇ ਹੱਥ ਵਸ ਕੁਝ ਨਹੀਂ, ਚਾਹੁੰਦੇ ਨਹੀਂ ਵਿਛੜਨਾ, ਪਰ ਮਹਾਰਾਜ ਕਹਿੰਦੇ ਸਭ ਕਰਤਾਰ ਦਾ ਹੁਕਮ ਹੈ। ਜਾ ਬਿਦ ਸੋ ਟਿਕ ਰੂਪ ਅਲੋਈ। ਐਸਾ ਸਤਿਗੁਰੂ ਜੀ ਦਾ ਸੁੰਦਰ ਸਰੂਪ ਹੈ। ਘਰ ਧਿਆਨ ਲਿਓ ਉਰਤਾ ਸਿਨ। ਕਹਿੰਦੇ ਰਾਏ ਬੁਲਾਰ ਜੀ ਨੇ ਐਸੇ ਸਰੂਪ ਦਾ ਧਿਆਨ ਆਪਣੇ ਹਿਰਦੇ ਵਿੱਚ ਧਾਰਨ ਕੀਤਾ। ਜਦੋਂ ਸਤਿਗੁਰੂ ਉੱਥੋਂ ਉੱਠੇ ਹਨ, ਸਰਠ ਧਰਵ ਕਿਵੇਂ ਨਿਜ ਵਸਰ ਸੋਈ। ਕਹਿੰਦੇ ਦਿਨ ਰਾਤ ਉਸ ਸੋਹਣੇ ਸਰੂਪ ਵਿੱਚ ਹੁਣ ਰਾਏ ਬੁਲਾਰ ਜੀ ਨੇ ਆਪਣਾ ਧਿਆਨ ਟਿਕਾਉਣਾ ਕੀਤਾ। ਦੋਹਰਾ ਕਾਲੂ ਲਾਲੂ ਰਾਏ ਨੇ। ਕਹਿੰਦੇ ਇੱਧਰ ਗੁਰੂ ਨਾਨਕ ਸਾਹਿਬ ਦੇ ਪਿਤਾ ਜੀ ਤੇ ਚਾਚਾ ਜੀ, ਬਾਬਾ ਕਾਲੂ ਜੀ, ਬਾਬਾ ਲਾਲੂ ਜੀ, ਜਦੋਂ ਗੁਰੂ ਨਾਨਕ ਸਾਹਿਬ ਚਲੇ ਗਏ ਤਾਂ ਰਾਏ ਬੁਲਾਰ ਜੀ ਉਹਨਾਂ ਨੂੰ ਸਮਝਾਉਂਦੇ
ਹਨ ਸਮਝਾਏ ਬਹੁ ਭਾਂਤ ਬਹੁਤ ਪ੍ਰਕਾਰ ਨਾਲ ਸਮਝਾਉਣਾ ਕੀਤਾ। ਸ੍ਰੀ ਨਾਨਕ ਪੂਰਨ ਪੁਰਖ ਕਹਿਣ ਲੱਗੇ ਪਟਵਾਰੀ ਜੀ ਬਾਬਾ ਕਲਿਆਣ ਚੰਦ ਜੀ ਸੁਣੋ, ਗੁਰੂ ਨਾਨਕ ਸਾਹਿਬ ਪੂਰਨ ਹਨ ਤੇ ਪਰਮੇਸ਼ਰ ਸਰੂਪ ਹਨ। ਪਰਮੇਸ਼ਰ ਵਖਿਆਤ ਜੋ ਪ੍ਰਗਟ ਹੈ ਪਰਮਾਤਮਾ ਉਹ ਗੁਰੂ ਨਾਨਕ ਹੈ। ਗੁਰੂ ਨਾਨਕ ਵਿੱਚ ਤੇ ਪਰਮਾਤਮ ਵਿੱਚ ਕੋਈ ਭੇਦ ਨਹੀਂ। ਪੁੰਨ ਵੱਡੇ ਪੂਰਵ ਜਨਮ ਕਹਿਣ ਲੱਗੇ ਪਟਵਾਰੀ ਜੀ ਤੁਹਾਡੇ ਪਿਛਲੇ ਜਨਮ ਦੇ ਬੜੇ ਪੁੰਨ ਕੀਤੇ ਹੋਏ ਨੇ, ਜੋ ਤੁਹਾਡੇ ਗ੍ਰਹਿ ਵਿਖੇ ਗੁਰੂ ਨਾਨਕ ਸਾਹਿਬ ਦਾ ਅਵਤਾਰ ਹੋਇਆ। ਕਿੰਨੇ ਤੁਮਨੇ ਕੋਏ ਤੁਸਾਂ ਪਟਵਾਰੀ ਜੀ ਕੋਈ ਬਹੁਤ ਵੱਡੇ ਪੁੰਨ ਕੀਤੇ ਹੋਣੇ ਨੇ ਪਿਛਲੇ ਜਨਮ ਦੇ ਵਿੱਚ, ਵੀ ਤੁਹਾਨੂੰ ਇਹ ਮਾਣ ਹਾਸਲ ਹੋਇਆ। ਗੁਰੂ ਨਾਨਕ ਸਾਹਿਬ ਦੇ ਤੁਸੀਂ ਪਿਤਾ ਹੋ। ਪਿਤਾ ਇਹ ਪਿਤਾ ਦਾ ਰੁਤਬਾ ਤੁਹਾਨੂੰ ਪ੍ਰਾਪਤ ਹੋਇਆ। ਇਸ ਜਗਤ ਦੇ ਵਿੱਚ ਐਵੇਂ ਨਹੀਂ ਪ੍ਰਾਪਤ ਹੋ ਗਿਆ, ਕਿਉਂਕਿ ਤੁਹਾਡੇ ਬਹੁਤ ਵੱਡੇ ਪੁੰਨ ਕੀਤੇ ਹੋਏ ਨੇ ਪਿਛਲੇ ਜਨਮਾਂ ਦੇ ਪੁੰਨ ਕਰਮ। ਜਿਸ ਫਲ ਤੇ ਅਸ ਸੁਤ ਭਇਓ ਜਿਸ ਪੁੰਨ ਕਰਮਾਂ ਦੇ ਫਲ ਬਦੌਲਤ ਤੁਹਾਨੂੰ ਗੁਰੂ ਨਾਨਕ ਸਾਹਿਬ ਪੁੱਤਰ ਦੇ ਰੂਪ ਵਿੱਚ ਮਿਲੇ ਹਨ। ਸਹਿਜੇ ਸੁਖ ਗਤ ਹੋਏ ਸਹਿਜੇ ਹੀ ਤੁਹਾਡੀ ਤੇ ਕਲਿਆਣ ਹੋ ਜਾਣੀ ਹੈ। ਸੁਤੇ ਸਿਧ ਹੀ ਤੁਸੀਂ ਤਾਂ ਮੁਕਤ ਹੋ, ਜੀਵਨ ਮੁਕਤ ਹੋ, ਸਰੀਰ ਵੀ ਮੁਕਤ ਹੋ। ਤੁਸੀਂ ਤਾਂ ਧਨ ਧਨ ਤੁਮ ਤਮ ਪੁੰਨ ਧਨ ਤੁਸੀਂ ਧਨ ਹੋ ਪਟਵਾਰੀ ਜੀ, ਤੇ ਤੁਹਾਡੇ ਕੀਤੇ ਹੋਏ ਜਿਹੜੇ ਪੁੰਨ ਕਰਮ ਨੇ ਉਹ ਵੀ ਬੜੇ ਧਨ ਨੇ, ਬੜੇ ਮਹਾਨ ਹਨ। ਤੁਹਾਡੀ ਕੁੱਲ ਧਨ ਹੈ ਵੇਦੀਆਂ ਦੀ। ਕੁਲ ਉਧਾਰ ਸਭ ਕੀਨ ਤੁਹਾਡੀ ਤੇ ਕੁੱਲ ਦਾ ਹੀ ਉਧਾਰ ਕਰ ਦਿੱਤਾ ਗੁਰੂ ਨਾਨਕ ਸਾਹਿਬ ਨੇ। ਰਿਦ ਨ ਭਰਮੋ ਤਨਕ ਭਰ ਰਾਏ ਜੀ ਕਹਿੰਦੇ ਪਟਵਾਰੀ ਜੀ ਸੁਣੋ, ਰੰਚਕ ਮਾਤਰ ਵੀ ਆਪਣੇ ਮਨ ਵਿੱਚ ਕੋਈ ਭੁਲੇਖਾ ਨਾ ਰੱਖੋ, ਕੋਈ ਭਰਮ ਮਤ ਕਰੋ। ਗੁਰੂ ਨਾਨਕ ਸਾਹਿਬ ਪ੍ਰਤੀ ਭੀ ਜਗ ਬੰਧਨਹੀਨ ਤੁਹਾਡੇ ਤੇ ਜਗਤ ਦੇ ਬੰਧਨ ਨਾਸ਼ ਹੋ ਗਏ। ਸਭ ਸੋਰਠਾ ਚਿਤ ਕੀ ਚਿੰਤ ਵਿਦਾਰ ਕਰੋ। ਇੰਜ ਕਰੋ ਪਟਵਾਰੀ ਜੀ, ਆਪਣੇ ਚਿੱਤ ਦੀ ਚਿੰਤਾ ਨੂੰ ਵਿਦਾਰ ਦਿਓ, ਦੂਰ ਕਰੋ, ਨਿਵਰਤ ਕਰੋ। ਇਹ ਜਿਹੜੀ ਹੁਣ ਚਿੱਤ ਦੀ ਚਿੰਤਾ ਹੈ ਨੂੰ ਛੱਡ ਦਿਓ। ਵਾਹਿਗੁਰੂ ਜੀ ਕਾ